ਤੁਸੀਂ ਭਾਈਜਾਨ ਮਜ਼ੀਦ ਅੱਧੇ ਘੰਟੇ ਵਾਸਤੇ ਨਾ ਚਿਲਰ ਵਿੱਚ ਰੱਖ ਦਿਓ, ਠੰਡਿਆਂ ਕਰੋ। ਠੰਡਿਆਂ ਕਰਕੇ ਜਿਹੜਾ ਨਾ ਤੁਸੀਂ ਇਹਨੂੰ ਖਾਓ, इंशाल्लाह ਜਿਹੜਾ ਨਾ ਤੁਹਾਨੂੰ ਪੂਰਾ ਮਜ਼ਾ ਆਏਗਾ। और भाईजान इसने एक दफा घर तैयार करने की जरूरत। बिस्मिल्लाहिर्रहमानिर्रहीम, अस्सलामु अलैकुम दोस्तों, के हाल है? मैं उम्मीद करता है सब भैन भरा ठीक हो सन। अच्छा भैन भरावो, गर्मियां की सौगात लेके हाजिर होया। ਅੱਜ ਮੈਂ ਤੁਹਾਨੂੰ ਸਿਖਾਵਾਂਗਾ ਰਸ ਮਲਾਈ, ਬੜੀ ਈਜ਼ੀ ਔਰ ਬੜੇ ਆਸਾਨ ਤਰੀਕੇ ਵਿੱਚ। ਠੀਕ ਹੈ ਨਾ? ਤੁਸੀਂ ਬਾਹਰ ਜਿਹੜਾ ਪੂਰੀ ਫੈਮਿਲੀ ਲੈ ਕੇ ਜਾਂਦੇ ਹੋ, 2-2000 ਰੁਪਇਆ ਖਰਚ ਕਰਦੇ ਹੋ, ਆਪਣੇ ਘਰ ਤਿਆਰ ਕਰੋ। 1000 ਰੁਪਏ ਜਿਹੜਾ ਨਾ ਤੁਹਾਡੀ ਰਸ ਮਲਾਈ ਭਾਈਜਾਨ ਤਿਆਰ ਹੋ ਜਾਏਗੀ 7 ਤੋਂ 8 ਬੰਦਿਆਂ ਦੀ। ਵੀਡੀਓ ਦੇ ਨਾਲ ਹੀ ਰਹਿਣਾ, ਵੀਡੀਓ ਪੂਰੀ ਦੇਖਣੀ ਹੈ। ਔਰ ਚੈਨਲ ਨੂੰ ਮਿਹਰਬਾਨੀ ਕੀਤਾ ਕਰੋ, ਸਬਸਕ੍ਰਾਈਬ ਕਰ ਦਿੱਤਾ ਕਰੋ, ਔਰ ਵੀਡੀਓ ਲਾਈਕ ਔਰ ਬੈਲ ਆਈਕਨ ਦਾ ਬਟਨ ਜਿਹੜਾ ਨਾ ਜ਼ਰੂਰ ਪ੍ਰੈਸ ਕਰ ਦਿੱਤਾ ਕਰੋ, ਕਿਉਂਕਿ ਮੇਰੀ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਜਾਏਗਾ। आओ आज मैं ਤੁਹਾਨੂੰ ਸਿਖਾਵਾਂਗਾ ਰਸ ਮਲਾਈ, ਬੜੀ ਈਜ਼ੀ ਔਰ ਬੜੀ ਆਸਾਨ। ਮੈਂ 4 ਕਿਲੋ ਦੁੱਧ ਦੀ ਤੁਹਾਨੂੰ ਸਿਖਾਵਾਂਗਾ। ਤੁਹਾਡੀ ਮਰਜ਼ੀ ਹੈ, ਘਰ ਵਿੱਚ ਕਿਲੋ ਬਣਾਓ ਜਾਂ 2 ਕਿਲੋ ਬਣਾਓ, ਇਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿੰਨਾ ਅਫੋਰਡ ਕਰ ਸਕਦੇ ਹੋ। ਲੇਕਿਨ 4 ਕਿਲੋ ਦੀ ਬਣਾਓਗੇ ਤੇ ਤੁਹਾਡਾ ਟੋਟਲ ਪਾਕਿਸਤਾਨੀ 1000 ਰੁਪਏ ਦਾ ਖਰਚਾ ਹੋਏਗਾ। आओ मेरे ਨਾਲ ਹੀ ਰਹਿਣਾ, ਤਾਂ ਰਸ ਮਲਾਈ ਦੀ ਤਰਫ ਲੈ ਚੱਲਦੇ। ਜਾਂ ਸਭ ਤੋਂ ਪਹਿਲੇ ਜਿਹੜਾ ਨਾ 2 ਕਿਲੋ ਦੁੱਧ ਇਹਨੂੰ ਤੁਸੀਂ ਕਰਨਾ ਗਰਮ। ਇਹ ਚੈੱਕ ਕਰ ਸਕਦੇ ਹੋ, 2 ਲੀਟਰ ਦੀ ਬੋਤਲ ਹੈ। ਇਹ ਫਰੈਸ਼ ਦੁੱਧ ਤੁਸੀਂ ਪਾਕਿਸਤਾਨ ਵਿੱਚ ਤੁਹਾਨੂੰ ਪਤਾ ਫਰੈਸ਼ ਦੁੱਧ ਮਿਲ ਹੀ ਜਾਂਦਾ, ਲੇਕਿਨ ਇੱਥੇ ਭਾਈਜਾਨ ਜਿਹੜਾ ਨਾ ਬੋਤਲਾਂ ਚ ਆਉਂਦਾ ਫਰੈਸ਼ ਦੁੱਧ। ਤੁਹਾਡੀ ਮਰਜ਼ੀ ਹੈ, ਡੱਬੇ ਵਾਲਾ ਇਸਤੇਮਾਲ ਕਰੋ ਜਾਂ ਫਰੈਸ਼ ਕਰੋ। 2 ਕਿਲੋ ਦੁੱਧ ਦਾ ਪਹਿਲੇ ਜਿਹੜਾ ਨੇ ਇਸਨੂੰ ਗਰਮ ਕਰ ਲੈਣਾ। ਬਿਸमिल्लाहिर्रहमानिर्रहीम। ਇਹ ਭਾਈਜਾਨ ਤੁਸੀਂ ਜਿਹੜਾ ਨਾ ਇੱਕ ਉਬਾਲਾ ਦਿਵਾਣਾ ਦੁੱਧ ਨੂੰ, ਜ਼ਿਆਦਾ ਜਿਹੜਾ ਨਾ ਫਸਾਣਾ ਨਹੀਂ ਹੈ। ਦੁੱਧ ਨੂੰ ਭਾਈਜਾਨ ਇੱਕ ਉਬਾਲਾ ਦਿਵਾ ਲੈਣਾ। ਇਹ ਦੁੱਧ ਦਾ ਜਿਹੜਾ ਨਾ ਪਨੀਰ ਬਣਾਣਾ 2 ਕਿਲੋ ਦਾ। ਠੀਕ ਹੈ ਭਾਈਜਾਨ, ਠੰਡਾ ਦੁੱਧ ਹੁੰਦਾ ਹੈ, ਠੰਡੇ ਦੁੱਧ ਨੂੰ ਜਿਹੜਾ ਨਾ ਉਬਾਲਾ ਆਉਣ ਤੱਕ ਹਲਕਾ ਹਲਕਾ ਜਿਹੜਾ ਨਾ ਚਲਾਣਾ ਹੁੰਦਾ। ਇਸ ਤਰ੍ਹਾਂ ਜਿਹੜਾ ਨੇ ਹਲਕਾ ਹਲਕਾ ਤੁਸੀਂ ਚਲਾ ਕੇ ਲਾਜ਼ਮ ਰੱਖਣਾ, ਕਿਉਂਕਿ ਠੰਡਾ ਦੁੱਧ ਜਿਹੜਾ ਹੁੰਦਾ ਹੈ ਉਹ ਬਰਤਨ ਦੇ ਨਾਲ ਜਿਹੜਾ ਹੈ ਜਲਦੀ ਚਿਪਕ ਜਾਂਦਾ, ਮਤਲਬ ਲੱਗ ਜਲਦੀ ਜਾਂਦਾ ਹੈ। ਉਹ ਹਿਲਾਉਣ ਦਾ ਮਕਸਦ ਸਿਰਫ ਇਹ ਹੀ ਹੁੰਦਾ ਹੈ ਕਿ ਥੱਲੇ ਜਿਹੜਾ ਨਾ ਦੁੱਧ ਸੜੇ ਨਹੀਂ। बड़ी ईजी है। और तुम पता है गर्मियां भाईजान जगह जगह पे रस मलाई होती है, लेकिन इंशाल्लाह तुसी साडी रेसिपी के मुतालिक जेड़ा ना तैयार करोगे तो तुम मजा जरूर आएगा। और घट खर्चा, सब तो मजे की गल है, खर्चा कम है। कोई लंबा चौड़ा जेड़ा ना खर्चा नहीं है, बड़े थोड़े खर्चे तैयार होने वाली रस मलाई है। और किसी भाई मेरा गला आज बहुत ज्यादा खराब है, बुखार रहा भाईजान 3-4 दिन में। अगर सही समझ ना आ रही हो तो मान लेते हो वास्ते जेड़ा ना देख सकते हो। इन तुसा ना दुध नो भाईजान एक उबाला लाजम दिवाना हर हाल। अगर दुध नो उबाला नहीं दिवाओगे तो सही जेड़ा ना पनीर इदा नहीं बनेगा। इस दुध नो फटाना ऐसी फटाना किस नाल है वो भी तुहानू दस दिया। दुध नो उबाला आ जाए वो भी तुहानू जेड़ा ना पूरा वीडियो दिखावांगे फटाना किस तरह है और इन जेड़ा ना छानना किस तरह है। खाली उबाला आण दी देर है बस। इतनी इजी और इतनी आसान रेसिपी भाईजान लेके हाजिर हुई था थोड़े वास्ते जेड़ा ना कि मैं कहना मेरे सब भैन भरा जेड़े खासकर मेरिया भैन जेड़ियां ना उन्होंने सही समझ आनी चाहिए, बाकी किसी ना आवे या ना। भरा मेरे तो भी फिर सारे ही समझदार होंगे माशाल्लाह अलहमदुलिल्लाह। अगर मैं तो अगे भी दसा 4 किलो दुध दे भाईजान 2 किलो जेड़ा ओदा पनीर बनाना ते 2 किलो जेड़ा ना रस मलाई वैसे दी रबड़ी बनानी। तो काट के ना वो भी तुहानू दसांगा कि किस तरह काट के तुसी जेड़ा दुध नु पका के ओदी रबड़ी बनानी है। पाकिस्तानी खर्चे तुहानू इससे तो मैं दस छड़िया कि 1000 रुपया जेड़ा है ना खर्चा देख सकते हो। दुध नु उबाला आ गया, इस तो ज्यादा उबाला नहीं दिवाना। चूल्हा थले बंद कर देना भाईजान। चूल्हे तो दुध नु चुक लेना, साइड ते रख लेना। इनू फटाना किस चीज नाल है वो भी तुहानू दस दिया। अच्छा भाईजान
ਇਹ ਟਾਟਰੀ ਜਿਹੜੀ ਹੈ ਨਾ, ਇਹ ਦੇਖ ਰਹੇ ਹੋ ਤਕਰੀਬਨ ਟਾਟਰੀ 2 ਕਿਲੋ ਦੁੱਧ ਨੂੰ, ਅਗਰ ਇਹ ਖਾਣੇ ਦਾ ਚਮਚ ਹੈ, ਅਗਰ ਚਮਚ ਦੇ ਹਿਸਾਬ ਨਾਲ ਚੱਲੋਗੇ ਤਾਂ 1 ਚਮਚ, ਅਗਰ ਗ੍ਰਾਮਾਂ 'ਚ ਜਾਓਗੇ ਤਾਂ ਭਾਈਜਾਨ ਇਹ ਜਿਹੜਾ ਨਾ ਟਾਟਰੀ ਤਕਰੀਬਨ 7 ਗ੍ਰਾਮ ਹੈ। ਇਹ ਦੁੱਧ ਨੂੰ ਤੁਸੀਂ ਲਾ ਲੈਣਗੇ ਦੁੱਧ ਫਟਾਉਣ ਵਾਸਤੇ। ਟਾਟਰੀ ਪਾ ਕੇ ਹਲਕਾ ਹਲਕਾ ਜਿਹੜਾ ਨਾ ਦੁੱਧ ਨੂੰ ਤੁਸੀਂ ਚਲਾਣਾ ਭਾਈਜਾਨ, ਕਿਉਂਕਿ ਦੁੱਧ ਤੁਹਾਡਾ ਫਟਣਾ ਚਾਹੀਦਾ ਹੈ। ਅਗਰ ਤੁਹਾਡੇ ਕੋਲ ਟਾਟਰੀ ਮੌਜੂਦ ਨਹੀਂ ਤੇ ਤੁਸੀਂ ਇਹ ਜਿਹੜਾ ਨਾ ਉਸ ਨਾਲ ਹੀ ਫਟਾ ਸਕਦੇ ਹੋ ਆਪਣਾ ਲੈਮਨ ਨਾਲ, ਲੇਕਿਨ ਲੈਮਨ ਦਾ ਜਿਹੜਾ ਹੈ ਉਹਦੇ ਨਾਲ ਦੁੱਧ ਸਹੀ ਨਹੀਂ ਫਟੇਗਾ। ਬਿਹਤਰ ਇਹ ਹੈ ਜੇ ਅਗਰ ਤੁਹਾਡੇ ਕੋਲ ਟਾਟਰੀ ਹੋਵੇ ਤੇ ਟਾਟਰੀ ਨਾਲ ਹੀ ਜਿਹੜਾ ਨਾ ਦੁੱਧ ਫਟਾਓ। ਦੇਖ ਰਹੇ ਹੋ ਇਸ ਤਰ੍ਹਾਂ ਦੁੱਧ ਭਾਈਜਾਨ ਟਾਟਰੀ ਨਾਲ ਫਟਾਣਾ, ਫਿਰ ਹੀ ਰਸ ਮਲਾਈ ਬਣਦੀ ਹੈ। ਵੈਸੇ ਰਸ ਮਲਾਈ ਨਹੀਂ ਬਣਦੀ, ਜਿਹੜਾ ਅੰਦਰ ਤੁਸੀਂ ਉਹ ਮੇਵਾ ਜਿਹਾ ਨਜ਼ਰ ਆਉਂਦਾ ਹੈ ਨਾ, ਉਹ ਇਸੇ ਤਰ੍ਹਾਂ ਪਨੀਰ ਦਾ ਹੀ ਬਣਦਾ ਹੈ। ਦੇਖ ਰਹੇ ਹੋ ਦੁੱਧ, ਤੁਸੀਂ ਕੈਮਰਾਮੈਨ ਸਾਹਿਬ ਜ਼ਰਾ ਅੱਗੇ ਜ਼ੂਮ ਕਰਕੇ ਦਿਖਾਓ ਭੈਣਾ ਭਰਾਵਾਂ, ਦੁੱਧ ਚੈੱਕ ਕਰ ਸਕਦੇ ਹੋ। ਇਸ ਤਰ੍ਹਾਂ ਦੁੱਧ ਤੁਹਾਡਾ ਜਿਹੜਾ ਨਾ ਫਟਣਾ ਚਾਹੀਦਾ। ਅੱਛਾ, ਦੁੱਧ ਫਟਣ ਤੋਂ ਬਾਅਦ ਭਾਈਜਾਨ ਇਹਦੇ ਨਾਲ ਤਕਰੀਬਨ ਤੁਸੀਂ ਜਿਹੜਾ ਨਾ ਨਾਰਮਲ ਠੰਡਾ ਪਾਣੀ ਇਸਤੇਮਾਲ ਕਰਨਾ ਹੈ। ਠੰਡਾ ਪਾਣੀ ਦੀ ਵਜ੍ਹਾ ਤੋਂ ਜਿਹੜਾ ਨਾ ਥੋੜਾ ਦਾਣਾ ਜਿਹੜਾ ਦੁੱਧ ਦਾ ਬਣਿਆ ਉਹ ਅੱਛਾ ਰਹੇਗਾ। ਠੰਡਾ ਪਾਣੀ ਤੁਹਾਡੀ ਮਰਜ਼ੀ ਹੈ, ਤੁਸੀਂ ਜ਼ਿਆਦਾ ਇਸਤੇਮਾਲ ਕਰੋ ਜਾਂ ਘੱਟ ਇਸਤੇਮਾਲ ਕਰੋ, ਉਹ ਕੋਈ ਇਤਨਾ ਮਸਲੇ ਵਾਲੀ ਗੱਲ ਨਹੀਂ ਹੈ। ਦੇਖ ਸਕਦੇ ਹੋ ਇਸ ਤਰ੍ਹਾਂ ਜਿਹੜਾ ਨਾ 2 ਤੋਂ 3 ਮਿੰਟ ਇਸੇ ਤਰ੍ਹਾਂ ਜਿਹੜਾ ਨਾ ਰਾਣ ਦੇਣਾ। ਉਸ ਤੋਂ ਬਾਅਦ ਇਹਨ ਭਾਈਜਾਨ ਛਾਣਨਾ ਹੈ, ਤੁਸੀਂ ਮਲ ਮਲ ਦੇ ਕੱਪੜੇ ਛਾਣਨਾ। ਪਾਣੀ ਬਿਲਕੁਲ ਇਹਦਾ ਜਿਹੜਾ ਨਾ ਖੁਸ਼ਕ ਹੋਣਾ ਚਾਹੀਦਾ, ਪਾਣੀ ਵਿੱਚ ਨਹੀਂ ਹੋਣਾ ਚਾਹੀਦਾ। ਪਾਣੀ ਅਗਰ ਜ਼ਰਾ ਜਿਹਾ ਵੀ ਹੋਇਆ ਤਾਂ ਭਾਈਜਾਨ ਰਸ ਮਲਾਈ ਸ਼ੀਰੇ ਜਾ ਕੇ ਫਟ ਜਾਏਗਾ ਇਹ, ਠੀਕ ਹੈ ਨਾ। ਪਾਣੀ ਨਹੀਂ ਹੋਣਾ ਚਾਹੀਦਾ। ਪੂਰੀ ਰੈਸਪੀ ਤੁਹਾਨੂੰ ਦੱਸਦੇ ਆ ਬਕਾਇਦਾ, ਤੁਹਾਨੂੰ ਜਿਹੜਾ ਨਾ ਇੱਕ ਇੱਕ ਚੀਜ਼ ਦੱਸਾਂਗੇ, ਕੋਈ ਭਾਈਜਾਨ ਇਹਦੇ ਜਿਹੜਾ ਨਾ ਸੀਕ੍ਰੇਟ ਚੀਜ਼ ਨਹੀਂ ਹੋਗੀ। ਦੁੱਧ ਨੂੰ ਛਾਣ ਲੈਂਦੇ ਆ, ਉਸ ਤੋਂ ਬਾਅਦ ਅਗਲੀ ਗੱਲ ਕਰਦੇ ਆ। ਅੱਛਾ ਭੈਣ ਭਰਾਵੋ, ਤੁਸੀਂ ਦੇਖ ਸਕਦੇ ਹੋ ਅਲਹਮਦੁਲਿਲਾ 2 ਕਿਲੋ ਦੁੱਧ ਦੇ ਵਿੱਚੋਂ ਨਾ 1 ਪਾਓ ਜਿਹੜਾ ਨਾ ਪਨੀਰ ਨਿਕਲਿਆ। ਇਹਦੇ ਚੋਂ ਤੁਸੀਂ ਹਲਕੀ ਜਿਹੀ ਜਿਹੜਾ ਨਾ ਸੂਜੀ ਲਾਣੀ ਹੈ, ਕਿਉਂਕਿ ਅਗਰ ਨਰਮ ਹੋਵੇ ਇਹ ਨਾ ਪਨੀਰ ਨਰਮ ਹੈ। ਸਖਤ ਹੋਵੇ ਤਾਂ ਫਿਰ ਸੂਜੀ ਦੀ ਜ਼ਰੂਰਤ ਨਹੀਂ ਹੈ, ਨਰਮ ਹੋਵੇ ਹਲਕੀ ਜਿਹੀ ਸੂਜੀ ਲਾਣੀ ਹੈ। ਤਕਰੀਬਨ ਜਿਹੜਾ ਨਾ 2 ਤੋਂ 3 ਗ੍ਰਾਮ ਹੈ, ਦੇਖ ਰਹੇ ਹੋ, ਇਸ ਤੋਂ ਜ਼ਿਆਦਾ ਨਹੀਂ ਲਾਣੀ। ਸੂਜੀ ਲਾਉਣ ਦਾ ਮਕਸਦ ਹੈ ਕਿ ਜਿਹੜਾ ਇਹਦਾ ਪਾਣੀ ਹੈ ਨਾ ਉਹ ਸੂਜੀ ਆਪਣੇ ਅੰਦਰ ਜਜ਼ਬ ਕਰ ਲੈਗੀ। ਇਸ ਤਰ੍ਹਾਂ ਜਿਹੜਾ ਨਾ ਮਿਕਸ ਕਰ ਲੈਣਾ ਸੂਜੀ ਨਾਲ। ਦੇਖ ਸਕਦੇ ਹੋ ਪਨੀਰ ਜਿਹੜਾ ਨਾ ਹਲਕਾ ਨਰਮ ਰਹਿ ਗਿਆ ਭਾਈਜਾਨ। ਅਗਰ ਇਹਨੂੰ ਤੁਸੀਂ ਹੋਰ ਸਖਤ ਕਰਨ ਵਾਸਤੇ ਸੂਜੀ ਲਾਣੀ, ਅਗਰ ਪਹਿਲੇ ਹੀ ਪਨੀਰ ਸਖਤ ਹੋਵੇ ਨਾ, ਉਹ ਫਿਰ ਤੁਸੀਂ ਜਿਹੜਾ ਪਾਣੀ ਅਗਰ ਪਨੀਰ ਦੇ ਵਿੱਚ ਨਾ ਹੋਵੇ ਫਿਰ ਸੂਜੀ ਲਾਉਣ ਦੀ ਜ਼ਰੂਰਤ ਨਹੀਂ ਹੈ। ਇਸ ਤਰ੍ਹਾਂ ਤੁਸੀਂ ਪਨੀਰ ਨੂੰ ਲੈ ਲੈਣਾ। ਇਹ ਦੇਖੋ ਇਸ ਤਰ੍ਹਾਂ ਕਰਨਾ ਭਾਈਜਾਨ। ਛੋਟੀਆਂ ਛੋਟੀਆਂ ਜਿਹੜਾ ਨਾ ਇਹਦਾ ਤੁਸੀਂ ਅਗਰ ਤੁਸੀਂ ਗੋਲ ਬਣਾਣੀ ਹੈ ਤੁਹਾਡੀ ਮਰਜ਼ੀ, ਇਸ ਤਰ੍ਹਾਂ ਦੀ ਬਣਾਣੀ ਹੈ ਤੁਹਾਡੀ ਮਰਜ਼ੀ। ਗੋਲ ਕਰਕੇ ਤੁਸੀਂ ਜਿਹੜਾ ਨਾ ਇਹ ਥੋੜਾ ਘੱਟ ਲਓ ਇੱਥੋਂ। ਇਹ ਅਗਰ ਇਸ ਤਰ੍ਹਾਂ ਦੀ ਬਣਾਉਣਾ ਚਾਹੁੰਦੇ ਹੋ ਨਾ, ਇਹ ਦੇਖ ਰਹੇ ਹੋ ਇਸ ਤਰ੍ਹਾਂ ਦੀ ਅਗਰ ਤੁਸੀਂ ਪਨੀਰ ਦੀ ਬਣਾਉਣਾ ਚਾਹੁੰਦੇ ਹੋ ਉਹ ਬਣਾ ਲੈਣਾ। ਇਹਨ ਅਸੀਂ ਇੱਕ ਨੂੰ ਪਹਿਲੇ ਜਿਹੜਾ ਨਾ ਸ਼ੀਰੇ 'ਚ ਪਾ ਕੇ ਚੈੱਕ ਕਰ ਲਵਾਂਗੇ ਕਿ ਕਿਸ ਤਰ੍ਹਾਂ ਪ੍ਰੋਪਰ ਬਣੀ ਹੈ, ਜਾਂ ਇਹ ਕੋਈ ਸੂਜੀ ਹੋਰ ਲਾਉਣ ਦੀ ਜ਼ਰੂਰਤ ਤੇ ਨਹੀਂ ਹੈ। ਤਾਂ ਫਿਰ ਤੁਹਾਨੂੰ ਜਿਹੜਾ ਨਾ ਸਾਰੀ ਵੀਡੀਓ ਪੂਰੀ ਦਿਖਾਵਾਂਗੇ। ਇੱਕ ਪਹਿਲੇ ਜਿਹੜਾ ਨਾ ਤੁਸੀਂ ਲਾਜ਼ਮ ਭਾਈਜਾਨ ਜਿਹੜਾ ਨਾ ਪਾ ਕੇ ਚੈੱਕ ਕਰਨੀ ਹੈ, ਕਿਉਂਕਿ ਸੈਂਪਲ ਦੇ ਤੌਰ ਤੇ ਇਹ ਮਿੱਠੇ ਦਾ ਜਿੰਨਾ ਵੀ ਕੰਮ ਹੈ ਨਾ ਇਹ ਵਿਗੜਨ ਲੱਗਿਆ 1 ਮਿੰਟ ਨਹੀਂ ਲੈਂਦਾ। ਜਿੰਨਾ ਵੀ ਸ਼ੀਰੇ ਦਾ ਕੰਮ ਹੁੰਦਾ ਨਾ, ਕਿਉਂਕਿ ਇਹਨੂੰ ਅਸੀਂ ਪਕਾਣਾ ਸ਼ੀਰੇ 'ਚ, ਸ਼ੀਰੇ ਵਾਲਾ ਕੰਮ ਭਾਈਜਾਨ 1 ਮਿੰਟ ਨਹੀਂ ਲੈਂਦਾ ਵਿਗੜਨ ਤੇ ਆਵੇ ਨਾ। ਇਹ ਦੇਖ ਸਕਦੇ ਹੋ ਇਸ ਤਰ੍ਹਾਂ ਤੁਸੀਂ ਇਹ ਬਣਾਉਣਾ। ਮੈਂ ਤੁਹਾਨੂੰ ਇੱਕ ਜਿਹੜਾ ਮਜ਼ੀਦ ਚੈੱਕ ਕਰਾ ਦੇਣਾ ਵਿੱਚ ਸੱਟ ਕੇ ਸ਼ੀਰੇ 'ਚ ਵੀ, ਫਿਰ ਦੂਸਰੀ ਬਾਅਦ ਮੈਂ ਬਣਾ ਲਵਾਂਗਾ। ਸ਼ੀਰਾ ਪਹਿਲੇ ਮੈਂ ਤਿਆਰ ਕੀਤਾ। ਅੱਛਾ ਭਾਈਜਾਨ, ਇਹ ਤੁਸੀਂ ਚੈੱਕ ਕਰ ਰਹੇ ਹੋ ਸ਼ੀਰਾ ਜਿਹੜਾ ਨਾ ਮੈਂ ਪਹਿਲੇ ਹੀ ਤਿਆਰ ਕੀਤਾ ਹੋਇਆ ਸੀ। ਇਹ ਸ਼ੀਰੇ ਤੁਹਾਨੂੰ ਚੈੱਕ ਕਰਾ ਦੇਣਾ। ਇਹ ਦੇਖੋ ਇਸ ਤਰ੍ਹਾਂ ਜਿਹੜਾ ਨਾ ਸ਼ੀਰੇ 'ਚ ਲੇਸ ਹੋਣੀ ਚਾਹੀਦੀ ਹੈ, ਪਤਲਾ ਸ਼ੀਰਾ ਨਹੀਂ ਹੋਣਾ ਚਾਹੀਦਾ। ਰਸ ਮਲਾਈ ਵਾਸਤੇ ਪਹਿਲੇ ਇੱਕ ਪਾ ਕੇ ਜਿਹੜਾ ਨਾ ਅਸੀਂ ਚੈੱਕ ਕਰ ਲਵਾਂਗੇ। ਚੁੱਲ੍ਹਾ ਥੱਲੇ ਜਿਹੜਾ ਨੇ ਇਹਦਾ ਫੁੱਲ ਰੱਖਣਾ, ਕਿਉਂਕਿ ਉਬਾਲਾ ਆਣਾ ਚਾਹੀਦਾ ਫੌਰਨ ਜਿਹੜਾ ਨਾ ਇਹਨੂੰ ਉੱਪਰ ਆਣਾ ਚਾਹੀਦਾ, ਪਕਣੀ ਚਾਹੀਦੀ। ਤੁਹਾਡੀ ਮਰਜ਼ੀ, ਅਗਰ ਤੁਸੀਂ ਘਰ ਸ਼ੀਰਾ ਬਣਾਉਣਾ ਚਾਹੋ ਤੇ ਭਾਈਜਾਨ ਜਿਹੜਾ ਨਾ ਇਹਦੇ ਵਾਸਤੇ 250 ਗ੍ਰਾਮ ਪਨੀਰ ਨਿਕਲਿਆ, ਇਹਦੇ ਵਾਸਤੇ ਤਕਰੀਬਨ ਜਿਹੜਾ ਨਾ 1 ਕਿਲੋ ਚੀਨੀ ਦਾ ਸ਼ੀਰਾ ਬਹੁਤ ਹੋ ਜਾਣਾ। ਇਸ ਤਰ੍ਹਾਂ ਪਹਿਲੇ ਭਾਈਜਾਨ ਇਸ ਨੂੰ ਪਾਣ ਦਾ ਮਕਸਦ ਹੈ ਕਿ ਚੈੱਕ ਕਰ ਲੈਣੀ ਚਾਹੀਦੀ ਹੈ ਰਸ ਮਲਾਈ ਵਾਸਤੇ ਨਾ, ਕਿ ਫਟੇ ਨਹੀਂ ਅੰਦਰ ਜਾ ਕੇ ਖੁੱਲ ਨਾ ਜਾਏ।
ਖੁੱਲਣੀ ਨਹੀਂ ਚਾਹੀਦੀ, ਖੁੱਲ ਗਈ ਤੇ ਇਹਦੇ 'ਚ ਕੁਛ ਪੱਲੇ ਨਹੀਂ ਰਹਿ ਜਾਣਾ। ਠੀਕ ਹੈ ਭੈਣਾ ਭਰਾਵੋ, ਮੇਰੀ ਗੱਲ ਦੀ ਪੂਰੀ ਗੱਲ ਮੇਰੀ ਸਮਝਿਆ ਕਰੋ, ਉਸ ਤੋਂ ਬਾਅਦ ਜਿਹੜਾ ਨਾ ਅਗਲੇ ਪਾਸੇ ਆਇਆ ਕਰੋ। ਸ਼ੀਰਾ ਤੁਹਾਡਾ ਇਸ ਤਰ੍ਹਾਂ ਹੋਣਾ ਚਾਹੀਦਾ, ਐਨ ਪਕਣਾ ਚਾਹੀਦਾ। ਤੁਸੀਂ ਐਨ ਜਿਹੜਾ ਲੈ ਦੇਖੋ, ਕੋਈ ਪੌਣੀ ਦਾ ਇਸਤੇਮਾਲ ਕਰਕੇ ਇਸ ਤਰ੍ਹਾਂ ਤੁਸੀਂ ਚੈੱਕ ਕਰ ਸਕਦੇ ਹੋ। ਇਹ ਦੇਖ ਰਹੇ ਹੋ ਖੁੱਲੀ ਨਹੀਂ ਹੈ। ਅਲਹਮਦੁਲਿਲਾ ਸਾਡਾ ਪਨੀਰ ਬਿਲਕੁਲ ਫਿੱਟ ਹੈ। ਅਸੀਂ ਦੂਸਰੇ ਪਿੱਛੇ ਜਿਹੜੀਆਂ ਉਹਨਾਂ ਨੂੰ ਗੋਲ ਕਰਕੇ ਫਿਰ ਤੁਹਾਨੂੰ ਸਾਰੀਆਂ ਵਿੱਚ ਸੱਟ ਕੇ ਲੋਈਆਂ ਜਿਹੜੀਆਂ ਬਣਾਈਆਂ ਪਨੀਰ ਨੂੰ ਚੈੱਕ ਕਰਾਉਂਦੇ ਆ ਤੁਹਾਨੂੰ, ਤੇ ਉਸ ਤੋਂ ਬਾਅਦ ਅਗਲੀ ਗੱਲ ਕਰਦੇ ਆ। ਅੱਲਾਹ ਤਾਲਾ ਦਾ ਸ਼ੁਕਰ ਹੈ ਖੁੱਲਿਆ ਨਹੀਂ। ਠੀਕ ਹੈ ਭਾਈਜਾਨ, ਇਹ ਮਿੱਠੇ ਦਾ ਕੰਮ ਹੁੰਦਾ ਹੈ। ਸ਼ੀਰੇ ਦਾ ਜਿੰਨਾ ਵੀ ਕੰਮ ਹੈ ਭਾਈਜਾਨ, ਇਹ ਵਿਗੜਨ ਲੱਗਿਆ 1 ਮਿੰਟ ਲੈਂਦਾ ਹੈ। ਇਹਦੇ 'ਚ ਬੜੀ ਇhtiyਾਤ ਵਰਤਣੀ ਪੈਂਦੀ ਹੈ। ਰਸ ਮਲਾਈ, ਗੁਲਾਬ ਜਾਮਨ, ਇਹ ਹਰ ਬੰਦੇ ਦਾ ਵੱਸ ਦਾ ਕੰਮ ਨਹੀਂ ਹੁੰਦਾ ਭਾਈਜਾਨ। ਇਹ ਤੁਸੀਂ ਜਿਹੜਾ ਨਾ ਇਹ ਨਾ ਸਮਝੋ ਕਿ ਬੜਾ ਆਸਾਨ ਕੰਮ ਹੈ, ਕੋਈ ਇਤਨਾ ਆਸਾਨ ਕੰਮ ਨਹੀਂ। ਅਸਲ ਇਨ ਸ਼ੀਰੇ ਦੇ ਵਿੱਚ ਭਾਈਜਾਨ ਰੋਕਣਾ ਹੁੰਦਾ। ਇਹ ਦੇਖ ਸਕਦੇ ਹੋ ਅਲਹਮਦੁਲਿਲਾ ਅੱਲਾਹ ਦਾ ਕਰਮ ਨਾਲ ਜਿਹੜਾ ਨਾ ਬਰਾਬਰ ਹੈ। ਦੂਸਰੀਆਂ ਬਣਾ ਕੇ ਸੁੱਟਦੇ ਆ, ਉਹ ਵੀ ਤੁਹਾਨੂੰ ਚੈੱਕ ਕਰਾਉਂਦੇ ਆ। ਅੱਛਾ ਭਾਈਜਾਨ, 250 ਗ੍ਰਾਮ ਪਨੀਰ ਸੀ, ਉਹਦੀਆਂ ਦੇਖ ਰਹੇ ਹੋ 15 ਬਣੇ। 15 ਦਾਣੇ ਜਿਹੜਾ ਨਾ ਰਸ ਮਲਾਈ ਵਾਸਤੇ ਬਣੇ। ਇਹ ਵੀ ਸਾਰੇ ਵਿੱਚ ਪਾ ਲੈਣੇ। ਬਿਸਮਿल्लाहिर्रहमानिर्रहीम। ਇਸ ਤਰ੍ਹਾਂ इसमें ਤੁਸੀਂ ਇਸ ਤਰ੍ਹਾਂ ਭਾਈਜਾਨ ਜਿਹੜਾ ਨਾ ਇਹਨਾਂ ਜ਼ਰੂਰ ਕਰਨਾ, ਕਿਉਂਕਿ ਥੱਲੇ ਜਿਹੜਾ ਨਾ ਬੈਠਣੀ ਨਹੀਂ ਚਾਹੀਦੀ। ਇੱਕ ਦਫਾ ਉੱਪਰ ਫੌਰਨ ਆ ਜਾਣੀ ਚਾਹੀਦੀ ਹੈ। ਜਿਹੜਾ ਨਾ ਰਸ ਮਲਾਈ ਦੇ ਅੰਦਰ ਗੁੱਲੇ ਜਾਏ ਜਿਹੜੇ ਨਾ, ਬੜੀ ਈਜ਼ੀ ਹੈ। ਯਕੀਨ ਕਰ ਦਿਓ ਭਾਈਜਾਨ, ਸਿਰਫ ਤੁਸੀਂ ਅਗਰ ਸ਼ੀਰੇ ਕਵਰ ਕਰ ਲਿਆ ਨਾ ਭੈਣਾ ਭਰਾਵੋ, ਬੜੀ ਈਜ਼ੀ ਰੈਸਪੀ ਹੈ। ਇਨਸ਼ਾਅੱਲਾ ਕੁਝ ਦਿਨਾਂ ਤੱਕ ਗੁਲਾਬ ਜਾਮਨ ਦੀ ਰੈਸਪੀ ਤੁਹਾਨੂੰ ਦਿਖਾਵਾਂਗੇ। ਨਵੀਆਂ ਨਵੀਆਂ ਚੀਜ਼ਾਂ ਇਸ ਪਲੇਟਫਾਰਮ ਤੇ ਤੁਹਾਨੂੰ ਇਨਸ਼ਾਅੱਲਾ ਅੱਲਾ ਮੇਰੇ ਹੁਕਮ ਹੋਇਆ ਭੈਣਾ ਭਰਾਵੋ, ਜਦੋਂ ਤੱਕ ਮੇਰੀ ਜ਼ਿੰਦਗੀ ਹੈ ਹਰ ਰੋਜ਼ ਨਵੇਂ ਤੋਂ ਨਵੀਂ ਚੀਜ਼ ਜਿਹੜਾ ਨਾ ਲੈ ਕੇ ਹਾਜ਼ਰ ਹੋਵਾਂਗੇ। ਔਰ ਸਸਤੀ, ਕਾਸਟ ਘੱਟ ਖਰਚੇ ਵਾਲੀ, ਜਿਹੜਾ ਹਰ ਬੰਦੇ ਨੂੰ ਬਣਾਉਣ ਨੂੰ ਈਜ਼ੀ ਹੋਵੇ। ਤੁਸੀਂ ਇਹ ਨਾਲ ਭਾਈਜਾਨ ਤਕਰੀਬਨ ਜਿਹੜਾ ਨਾ ਇਹਨੇ 10 ਤੋਂ 15 ਮਿੰਟ ਲੈਣੇ ਇੱਥੇ ਪੱਕਣ ਤੇ। ਅੱਛੇ ਤਰੀਕੇ ਨਾਲ ਇਹਨੂੰ ਤੁਸੀਂ ਪੱਕਣ ਦੇਣਾ, ਜਲਦਬਾਜ਼ੀ नहीं करनी। ठीक है, और उतो शीरे च दोबारा पानी भी नहीं पाना। अगर पानी पाओगे तो भाईजान ये खुल जासन। देख रहे हो इस तरह, इस पूरे पीस जेड़े साबित रहने चाहिए। खुल जाए तो वो रस मलाई किसे कम नहीं रह जानी, किसे खाते दी नहीं रहेगी। गल्लां तुहानू सारियां दस दई दियां, अगे तुहाडी अपनी मर्जी है, जो तुहाडा दिल चाहना करना तुसा होई है। ਇਹ ਪਕਾ ਲਈਏ। ਇਸ ਤੋਂ ਬਾਅਦ ਤੁਹਾਨੂੰ ਦੀ ਰਬੜੀ ਪਕਾ ਕੇ ਦੱਸਣਾ ਹੈ। ਰਬੜੀ ਕਿਸ ਤਰ੍ਹਾਂ ਬਣਦੀ ਹੈ। ਰਬੜੀ ਜ਼ਿਆਦਾ ਟਾਈਮ ਲੈਂਦੀ ਹੈ, ਇਸ ਤੋਂ ਵੀ ਜ਼ਿਆਦਾ ਜਿਹੜਾ ਨਾ, ਕਿਉਂਕਿ ਹੁਣ ਗਾਣਿਆ ਕਿਸੇ ਹੋਰ ਚੀਜ਼ ਨਾਲ ਨਹੀਂ ਕਰਨਾ ਹੁੰਦਾ। ਰਬੜੀ ਭਾਈਜਾਨ ਪਕਾ ਕੇ ਹੁਣ ਜਿਹੜਾ ਨਾ ਅਸੀਂ ਗਾਣਿਆ ਕਰਨਾ, ਕੋਈ ਉਤੋਂ ਕੈਮੀਕਲ ਨਹੀਂ ਲਾਣਾ ਹੁੰਦਾ। ਰਬੜੀ ਜਿਹੜਾ ਨਾ ਉਹ ਫਾਇਦਾ ਕੋਈ ਨਹੀਂ। ਅਗਰ ਕੈਮੀਕਲ ਲਾ ਕੇ ਜਲਦੀ ਜਲਦੀ ਫੌਰਨ ਜਿਹੜਾ ਨਾ ਅਸੀਂ ਗਾਣਿਆ ਕਰ ਦਈਏ ਨਾ, ਉਹ ਬੇਮਕਸਦ ਹੋ ਜਾਂਦੀ ਹੈ ਚੀਜ਼। ਠੀਕ ਹੈ, देख रहे हो, ਇਹ ਚੈੱਕ ਕਰ ਸਕਦੇ ਹੋ ਭਾਈਜਾਨ। ਇਹ ਹਲੇ ਕੱਚੇ, ਇਹ ਬਿਲਕੁਲ ਰੂਈ ਦੀ ਤਰ੍ਹਾਂ ਜਿਸ ਤਰ੍ਹਾਂ ਹੋ ਜਾਣ ਦੇ ਨਾ ਨਰਮ ਸੌਫਟ, ਉਸ ਟਾਈਮ ਇਹਨੇ ਜਿਹੜਾ ਨਾ ਭਾਈਜਾਨ ਫਾਈਨਲ ਤਿਆਰ ਹੋ ਜਾਣਾ। ਇਹਨਾਂ ਨੂੰ ਪੱਕਣ ਦੇਣਾ, ਬਿਲਕੁਲ ਛੇੜਾ ਛਾੜੀ ਨਹੀਂ ਕਰਨੀ। ਇਹਨਾਂ ਨੂੰ ਪਕਾ ਕੇ ਫਿਰ ਤੁਹਾਨੂੰ ਦੱਸਦਾ ਹੈ ਕਿ ਇਹਨਾਂ ਪਾਣੀ ਦੇ ਵਿੱਚ ਕਿਸ ਤਰ੍ਹਾਂ ਰੱਖਣਾ ਹੈ, ਕਿਉਂਕਿ ਇਹਨਾਂ ਦਾ ਆਪਣਾ ਸ਼ੀਰਾ ਜਿਹੜਾ ਇਹਨਾਂ ਦੇ ਅੰਦਰ ਇੱਥੇ ਜਜ਼ਬ ਹੋ ਜਾਣਾ ਨਾ, ਉਹ ਸ਼ੀਰਾ ਵੀ ਦੇ ਵਿੱਚੋਂ ਕੱਢਣਾ। ਅੱਛਾ ਭਾਈਜਾਨ, ਫਾਈਨਲ ਜਿਹੜਾ ਨਾ ਚੈੱਕ ਕਰ ਲੈਂਦੇ ਆ ਕਿ ਸਾਡਾ ਰਸ ਮਲਾਈ ਦਾ ਸਿਸਟਮ ਤਿਆਰ ਹੋਇਆ ਹੈ ਜਾਂ ਨਹੀਂ ਹੋਇਆ। ਅੱਛਾ, ਤੁਸੀਂ ਇੱਥੇ ਪੱਕਣ ਦਾ ਭਾਈਜਾਨ ਚੈੱਕ ਕਿਸ ਤਰ੍ਹਾਂ ਕਰਨਾ ਹੈ, ਇਸ ਤਰ੍ਹਾਂ ਕੱਢ ਕੇ ਤੇ ਇਸ ਤਰ੍ਹਾਂ ਦਬਾਣਾ ਹੈ। ਇਹ ਦੇਖ ਰਹੇ ਹੋ ਫੌਰਨ ਉੱਤੇ ਆ ਰਹੀ। ਅਗਰ ਇਹ ਦੇਖਦੇ ਹੋ ਨਾ, ਮੈਂ ਤੁਹਾਨੂੰ ਇੱਕ ਦਫਾ ਫਿਰ ਦਬਾ ਕੇ ਦੱਸ ਦਿੰਦਾ। ਇਹ ਚੈੱਕ ਕਰੋ, ਇਹ 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 ਦੇਖ ਰਹੇ ਹੋ ਫੌਰਨ ਉੱਤੇ ਆ ਰਹੀ। ਇਸ ਦਾ ਮਤਲਬ ਹੈ ਕਿ ਫਾਈਨਲ ਜਿਹੜਾ ਨਾ ਰੈਡੀ ਹੋ ਗਈ ਹੈ, ਪੱਕ ਗਈ ਹੈ। अगर ये रूई की तरह हो जाए ना, मतलब रूई की ना भी समझ आए तो फोम की समझ लो, फोम की तरह हो जाए, दबाओ तो फौरन उत्ते आ जाए, समझो जेड़ा ना ये तैयार है। इस नूं असीं जेड़ा किसे ना
ठंडे पानी च बर्तन च काढ़ लेना है। शीरा इसका छान के देख सकते हो ठंडा पानी है भाईजान, ਇਹਦੇ ਚ ਪਾ ਲੈਣਾ ਹੈ। देख रहे हो इस तरह, क्योंकि अपना शीरा ਜਿਹੜਾ ਨਿਕਲਣਾ ਚਾਹੀਦਾ ਹੈ। ਇਹ ਪਾਣੀ ਦੇ ਸੈਂਟਰ ਵਿੱਚ ਜਿਹੜਾ ਪੱਕੇ ਦੀ ਇੱਥੇ ਵੀ ਨਿਸ਼ਾਨੀ ਹੈ ਕਿ ਡਾਇਰੈਕਟ ਜਿਹੜਾ ਨੇ ਪਾਣੀ ਦੇ ਵਿੱਚ ਗਿਰਨਾ ਚਾਹੀਦਾ, ਰੁਕ ਰੁਕ ਕੇ ਥੱਲੇ ਨਹੀਂ ਜਾਣੀ ਚਾਹੀਦੀ। ਠੀਕ ਹੈ, ਸਾਰੀਆਂ ਕੱਢ ਕੇ ਅਸੀਂ ਜਿਹੜਾ ਨਾ ਸ਼ੀਰੇ ਦੇ ਵਿੱਚ ਉਹ ਪਾਣੀ ਚ ਪਾ ਲੈਣਾ ਇਹਨਾਂ, ਕਿਉਂਕਿ ਇਹਦਾ ਆਪਣਾ ਪਾਣੀ ਜਿਹੜਾ ਹੋਏਗਾ ਨਾ, ਆਪਣਾ ਸੋਰੀ ਸ਼ੀਰਾ ਜਿਹੜਾ ਨਾ ਉਹ ਵਿੱਚੋਂ ਨਿਕਲ ਜਾਏਗਾ। ਇਹ ਬਣੀਆਂ ਭਾਈਜਾਨ 15। ਠੀਕ ਹੈ, ਇਹਨਾਂ ਨੂੰ ਤੁਸੀਂ ਰੱਖ ਦੇਣਾ। ਨਾਲ ਜਿਹੜਾ ਨਾ ਅਸੀਂ ਇਸ ਦੀ ਰਬੜੀ ਤਿਆਰ ਕਰ ਲਵਾਂਗੇ। ਇਹ ਦੇਖ ਰਹੇ ਹੋ ਰਬੜੀ ਤਿਆਰ ਕਰਕੇ ਉਸ ਤੋਂ ਬਾਅਦ ਜਿਹੜਾ ਨਾ ਰਬੜੀ ਕਿਸ ਤਰ੍ਹਾਂ ਤਿਆਰ ਕਰਨੀ ਹੈ ਉਹ ਵੀ ਤੁਹਾਨੂੰ ਦਿਖਾਉਂਦਾ ਸਰ। ਪੂਰੀ ਵੀਡੀਓ ਦੇਖਣਾ, ਵੀਡੀਓ ਜਿਹੜੀ ਹੈ ਭਾਈਜਾਨ ਸਕਿਪ ਨਹੀਂ ਕਰਨੀ। ਇਹ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ, ਰਬੜੀ ਤਿਆਰ ਕਰ ਲੈਂਦੇ ਆ। ਅੱਛਾ ਭਾਈਜਾਨ, ਤੁਸੀਂ ਰਸ ਮਲਾਈ ਵਾਸਤੇ ਉਹਦੀ ਰਬੜੀ ਤਿਆਰ ਕਰਨ ਵਾਸਤੇ ਜਿਹੜਾ ਨਾ ਮਤਲਬ ਦੁੱਧ ਅਲੱਗ ਪਕਾਉਣ ਵਾਸਤੇ ਸਾਫ਼ ਬਰਤਨ ਲੈਣਾ ਹੈ। ਬਰਤਨ ਕੈਮੀਕਲ ਵਾਲਾ ਨਹੀਂ ਹੋਣਾ ਚਾਹੀਦਾ, ਸਾਫ਼ ਸੁਥਰਾ ਬਰਤਨ ਹੋਣਾ ਚਾਹੀਦਾ। ਸਮੈਲ ਕਿਸੇ ਤਰ੍ਹਾਂ ਦੀ ਵੀ ਨਹੀਂ ਹੋਣੀ ਚਾਹੀਦੀ। ਇਹ ਤੁਸੀਂ ਚੈੱਕ ਕਰ ਸਕਦੇ ਹੋ। 2 ਕਿਲੋ ਜਿਹੜਾ ਨਾ ਦੁੱਧ ਹੈ, 2 ਕਿਲੋ ਦਾ ਪਹਿਲੇ ਪਨੀਰ ਬਣਾਇਆ ਸੀ, 2 ਕਿਲੋ ਹੈ ਦੁੱਧ। ਦੇਖ ਰਹੇ ਹੋ ਭਾਈਜਾਨ ਲਿਖਿਆ ਵੀ 2 ਲੀਟਰ। ਠੀਕ ਹੈ, ਇਸ ਨੂੰ ਜਿਹੜਾ ਬਰਤਨ ਵਿੱਚ ਪਾ ਲਵਾਂਗੇ। ਬਿਸਮਿल्लाहिर्रहमानिर्रहीम। बर्तन देख रहे हो पहले गर्म किया सी। गर्म करने का मकसद है क्योंकि जेड़ा ना कोई लिक्विड वगैरह विच नहीं होना चाहिए, सो हर चीज क्लीयर होनी चाहिए है। दूध नो जेड़ा ना उबाला दिवाना भाईजान, और दूध नो हिला के रखना है। नाल ही इत्थे तुसी जेड़ा ना सब्ज इलाचियां खोल के भाईजान 5 तो 7 जेड़ा ना सब्ज इलाची पा लेनी है। चेक कर सकते हो। ਦੁੱਧ ਨੂੰ ਹਿਲਾ ਕੇ ਰੱਖਣਾ ਭਾਈਜਾਨ, ਕਿਉਂਕਿ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਠੰਡਾ ਦੁੱਧ ਜਿਹੜਾ ਹੁੰਦਾ ਹੈ ਉਹ ਬਰਤਨ ਨਾਲ ਜਲਦੀ ਜਿਹੜਾ ਨਾ ਥੱਲੇ ਲੱਗ ਜਾਂਦਾ, ਦੁੱਧ ਸੜਨਾ ਨਹੀਂ ਚਾਹੀਦਾ। ਇਸ ਇਤਨਾ ਕਿ ਇਸ ਨੂੰ ਪਕਾਣਾ ਸਮਝੋ 2 ਕਿਲੋ ਦੁੱਧ ਹੈ ਤੇ ਇਹ ਤਕਰੀਬਨ 3 ਪਾਈਆ ਰਹਿ ਜਾ। ਹਲਕੇ ਚੁੱਲ੍ਹੇ ਤੇ ਪਕਣ ਦੇਣਾ ਤੁਸੀਂ। ਜ਼ਿਆਦਾ ਜਿਹੜਾ ਨਾ ਚੁੱਲ੍ਹਾ ਤੇਜ਼ ਨਹੀਂ ਹੋਣਾ ਚਾਹੀਦਾ, ਸਿਰਫ ਇੱਕ ਦਫਾ ਉਬਾਲਾ ਦਿਲਾ ਕੇ ਇਸ ਦਾ ਚੁੱਲ੍ਹਾ ਭਾਈਜਾਨ ਸਲੋ ਕਰ ਦੇਣਾ। ਅਗਰ ਕਿਸੇ ਮੇਰੇ ਭੈਣ ਨੂੰ ਕਿਸੇ ਭਰਾ ਨੂੰ ਪੰਜਾਬੀ ਦੀ ਨਾ ਵੀ ਸਮਝ ਆਵੇ, ਮੇਰੇ YouTube ਚੈਨਲ ਤੇ ਹਰ ਵੀਡੀਓ ਦੇ ਵਿੱਚ ਜਿਹੜਾ ਹੈ ਉਰਦੂ ਚ ਲਿਖਿਆ ਹੁੰਦਾ ਹੈ, ਤੁਸੀਂ ਉਥੋਂ ਰੈਸਪੀ ਪੜ੍ਹ ਕੇ ਵੀ ਜਿਹੜਾ ਨਾ ਤਿਆਰ ਕਰ ਸਕਦੇ ਹੋ। ਰੈਸਪੀ ਦਾ ਰਿਜ਼ਲਟ ਉਦੋਂ ਹੀ ਨਿਕਲਦਾ ਹੈ ਜਦੋਂ ਤੁਸੀਂ ਰੈਸਪੀ ਘਰ ਤਿਆਰ ਕਰੋਗੇ। ਉਦੋਂ ਤੱਕ ਰੈਸਪੀ ਦਾ ਰਿਜ਼ਲਟ ਨਹੀਂ ਨਿਕਲੇਗਾ ਜਦੋਂ ਤੱਕ ਤੁਸੀਂ ਰੈਸਪੀ ਘਰ ਬਣਾਓਗੇ ਹੀ ਨਹੀਂ ਜਾਂ ਤਿਆਰ ਹੀ ਨਹੀਂ ਕਰੋਗੇ। ਉਹ ਭਾਈਜਾਨ ਜਿਹੜਾ ਨਾ ਕੋਈ ਰਿਜ਼ਲਟ ਨਹੀਂ ਹੈ ਰੈਸਪੀ ਦਾ। ठीक है ना। ਤੇ ਫਿਰ ਵੀ ਅਗਰ ਕਿਸੇ ਫਿਰ ਵੀ ਨਾ ਸਮਝ ਆਵੇ ਤਾਂ ਭਾਈਜਾਨ ਤੁਸੀਂ ਭੈਣਾ ਭਰਾਵੋ WhatsApp ਤੇ ਰਾਬਤਾ ਕਰ ਸਕਦੇ ਹੋ। WhatsApp ਦਾ ਨੰਬਰ ਮੇਰਾ ਹਰ YouTube ਦੀ ਵੀਡੀਓ ਦੇ ਵਿੱਚ ਲੱਗਾ, ਤੁਸੀਂ ਉਥੋਂ ਨੰਬਰ ਤੋਂ ਲੈ ਕੇ ਰਾਬਤਾ ਕਰ ਸਕਦੇ ਹੋ। ਦੁੱਧ ਨੂੰ ਉਬਾਲਾ ਆਉਣ ਦੇਣਾ ਹੈ। ਹਾਂ, ਅਗਰ ਇਹਦੇ ਤੁਸੀਂ ਇਜ਼ਾਫੀ ਚੀਜ਼ਾਂ ਐਡ ਕਰਨਾ ਚਾਹੁੰਦੇ ਹੋ, ਜ਼ਾਫਰਾਨ ਵਗੈਰਾ, ਅਗਰ ਤੁਹਾਡੀ ਜੇਬ ਇਜਾਜ਼ਤ ਦਿੰਦੀ ਹੈ ਤੇ ਇਸ ਰਬੜੀ ਤੁਸੀਂ ਜ਼ਾਫਰਾਨ ਪਾ ਸਕਦੇ ਹੋ। कोई इतना जेड़ा ना वो नहीं है, मुश्किल नहीं है कि ज़ाफ़रान नहीं पाना। ज़ाफ़रान पाओगे तो ਇਹਦਾ कलर और ਇਹਦਾ टेस्ट मजीद अच्छा हो जाए। ठीक है ना। लेकिन साढ़े कोल जेड़ा ना सी इत्थे ये जेड़ा ना बदाम है भाईजान, ਇਹ देख रहे हो हल्के ਜਿਹੇ बदाम पा ਲੈਣੇ। 5 ਤੋਂ 7 ਬਦਾਮ ਹੈ, क्योंकि ਅਸੀਂ ਉੱਤੇ ਗਾਰਨਿਸ਼ ਵਾਸਤੇ ਵੀ ਲਾਣੇ। ਪਹਿਲੇ ਜਿਹੜਾ ਨਾ ਬਦਾਮ ਥੋੜੇ ਹੀ ਪਾਣੇ, ਜ਼ਿਆਦਾ ਵਿੱਚ ਜਿਹੜੇ ਨਾ ਨਹੀਂ ਪਾ ਦੇਣੇ। उबाला आ जाए फिर चीनी पानी है, चीनी थानू दस दिया कितनी पानी है। और एंड ते दी जेड़ा ना थानू जेड़ा ना इसकी खासियत दसांगे, फाइनल तैयार हो जाएगी फिर कि इसका भाईजान की खासियत है रस मलाई दी। अच्छा, शुगर जेड़ी है ना मतलब है चीनी, वो थोड़े अपने उत्ते डिपेंड करता भाईजान, तुसा कितनी इस्तेमाल करनी है कितनी नहीं करनी, ये थोड़े ते डिपेंड करता है। ਅਸੀਂ ਜਿਹੜੀ ਚੀਨੀ ਪਾਵਾਂਗੇ 100 ਗ੍ਰਾਮ ਚੀਨੀ ਪਾਵਾਂਗੇ, ਜ਼ਿਆਦਾ ਚੀਨੀ ਨਹੀਂ ਪਾਵਾਂਗੇ। ਦੇਖ ਰਹੇ ਹੋ ਦੁੱਧ ਨੂੰ ਉਬਾਲਾ ਆ ਜਾਏ ਚੀਨੀ ਫਿਰ ਪਾਣੀ ਹੈ। ਪਹਿਲੇ ਚੀਨੀ ਭਾਈਜਾਨ ਨਹੀਂ ਪਾ ਦੇਣੀ। ਅਗਰ ਤੁਸੀਂ ਸ਼ੂਗਰ ਦੇ ਮਰੀਜ਼ ਹੋ, ਚੀਨੀ ਨਹੀਂ ਪਾਣਾ ਚਾਹੁੰਦੇ ਤਾਂ ਬੇਸ਼ੱਕ ਨਾ ਪਾਓ, ਕਿਉਂਕਿ ਅਗਰ
ਤੁਹਾਨੂੰ ਸ਼ੂਗਰ ਦਾ ਮਸਲਾ, ਤੁਸੀਂ ਤਾਂ ਵੀ ਚੀਨੀ ਪਾਓ ਤਾਂ ਵੀ ਕੋਈ ਮਸਲਾ ਨਹੀਂ। ਅਗਰ ਇਸ ਤੋਂ ਜ਼ਿਆਦਾ ਤੇਜ਼ ਤੁਸੀਂ ਚੀਨੀ ਪਾਣਾ ਚਾਹੁੰਦੇ ਹੋ ਤਾਂ ਉਹ ਵੀ ਤੁਹਾਡੀ ਮਰਜ਼ੀ ਹੈ, ਤੇਜ਼ ਵੀ ਪਾ ਸਕਦੇ ਹੋ। ਇਸ ਨੂੰ ਭਾਈਜਾਨ ਅਸੀਂ ਜਿਹੜਾ ਨਾ ਪੱਕਣ ਦਿਆਂਗੇ ਇੱਥੇ ਹਲਕੇ ਚੁੱਲ੍ਹੇ ਤੇ। ਚੁੱਲ੍ਹਾ ਥੱਲੇ ਸਲੋ ਕਰ ਦਿੱਤਾ ਹੈ, ਦੇਖ ਰਹੇ ਹੋ। ਇਸ ਤੋਂ ਜ਼ਿਆਦਾ ਚੁੱਲ੍ਹਾ ਨਹੀਂ ਹੋਣਾ ਚਾਹੀਦਾ, ਇਤਨੇ ਹਲਕੇ ਹਲਕੇ ਉਬਾਲੇ ਆਣੇ ਚਾਹੀਦੇ ਨੇ। ਇਹ 2 ਕਿਲੋ ਦੁੱਧ ਜਦੋਂ ਸਮਝੋ ਇਹਦਾ ਇਹ ਪੱਕ ਕੇ ਇਤਨਾ ਰਹਿ ਜਾਏਗਾ ਤਕਰੀਬਨ ਜਿਹੜਾ ਨਾ 750 ਗ੍ਰਾਮ, ਯਾਨੀ ਕਿ 3 ਪਾਈਆ ਰਹਿ ਜਾਏਗਾ। ਤੇ ਫਾਈਨਲ ਜਿਹੜਾ ਨਾ ਇਹ ਰਸ ਮਲਾਈ ਵਾਸਤੇ ਦੁੱਧ ਤਿਆਰ ਹੋਣਾ ਹੈ ਇਨਸ਼ਾਅੱਲਾ। ਇਸ ਤੋਂ ਬਾਅਦ ਤੁਹਾਨੂੰ ਦਿਖਾਣੇ ਆ ਅਗਲਾ ਪ੍ਰੋਸੀਜਰ ਕੀ ਹੈ। ਅੱਛਾ ਭਾਈਜਾਨ, ਭੈਣਾਂ ਭਰਾਵੋ, ਤੁਸੀਂ ਦੇਖ ਸਕਦੇ ਹੋ ਆਪਣਾ ਰਸ ਮਲਾਈ ਵਾਸਤੇ ਦੁੱਧ ਫਾਈਨਲ ਪੱਕ ਗਿਆ। ਰਬੜੀ ਦੇਖ ਰਹੇ ਹੋ ਕਿਸ ਤਰ੍ਹਾਂ ਗਾੜੀ ਹੋ ਗਈ ਹੈ। ਕੋਈ ਚੀਜ਼ ਇਹਦੇ ਭਾਈਜਾਨ ਸੀਕ੍ਰੇਟ ਨਹੀਂ ਹੈ, ਇਹ ਖਾਲੀ ਦੁੱਧ ਨੂੰ ਤੁਸੀਂ ਪਕਾਣਾ ਹੈ। ਦੁੱਧ ਦੇਖ ਰਹੇ ਹੋ 2 ਕਿਲੋ ਦੁੱਧ ਸੀ ਬਕਾਇਆ, ਪਿੱਛੇ ਕਿੰਨਾ ਬਚ ਗਿਆ। ਇਸ ਨੂੰ ਹੁਣ ਭਾਈਜਾਨ ਅੱਛੇ ਤਰੀਕੇ ਨਾਲ ਜਿਹੜਾ ਨਾ ਠੰਡਿਆ ਕਰ ਲੈਣਾ। ਯਕ ਠੰਡਾ ਕਰਕੇ ਜਿਹੜਾ ਨਾ ਇਹ ਪਾਣਾ ਰਸ ਮਲਾਈ ਚ। ਫਾਈਨਲ ਦੁੱਧ ਤੁਸੀਂ ਦੇਖ ਰਹੇ ਹੋ ਭਾਈਜਾਨ, ਇਤਨੇ ਇਸ ਤੋਂ ਜ਼ਿਆਦਾ ਨਾ ਗਾੜਾ ਹੋਣਾ ਚਾਹੀਦਾ ਨਾ ਪਤਲਾ ਹੋਣਾ ਚਾਹੀਦਾ। ਉਤੋਂ ਕੋਈ ਚੀਜ਼ ਤੁਸੀਂ ਜਿਹੜਾ ਨਾ इन गाढ़ा ਕਰਨ ਵਾਸਤੇ ਨਹੀਂ ਲਾਣੀ, ਕਾਰਨ ਫਲੋਰ ਜਾਂ ਕੋਈ ਐਸੀ ਵੈਸੀ ਚੀਜ਼, ਕੋਈ ਚੀਜ਼ ਨਹੀਂ ਪਾਣੀ। ਜਸਟ ਤੁਸੀਂ ਇਹਨੂੰ ਠੰਡਾ ਕਰੋ ਅੱਛੇ ਤਰੀਕੇ ਨਾਲ। ਪਕਾਉਣ ਤੋਂ ਬਾਅਦ ਠੰਡਾ ਕਰਕੇ ਫਿਰ ਜਿਹੜਾ ਨਾ ਤੁਸੀਂ ਉਹ ਰਸ ਮਲਾਈ ਦੇ ਗੁੱਲੇ ਜਿਹੜੇ ਨੇ ਉਹਨਾਂ ਵਿੱਚ ਪਾਓ। ਫਿਰ ਤੁਸੀਂ ਇਹਨੂੰ ਭਾਈਜਾਨ 2 ਚਮਚਾ ਨਾਲ ਜਿਹੜਾ ਨਾ ਖਾਓ, ਠੀਕ ਹੈ। ਤੂੰ ਚੁੱਲ੍ਹਾ ਥੱਲੇ ਬੰਦ ਕਰ ਦੇਣਾ, ਦੁੱਧ ਨੂੰ ਅੱਛੇ ਤਰੀਕੇ ਨਾਲ ਠੰਡਿਆ ਕਰ ਲੈਣਾ। ਦੇਖ ਰਹੇ ਹੋ ਦੁੱਧ ਦਾ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਭਾਈਜਾਨ, ਪੱਕ ਕੇ ਕਿਸ ਤਰ੍ਹਾਂ ਹੋ ਗਿਆ, ਬਦਾਮੀ ਕਲਰ ਹੋ ਗਿਆ। ਮੈਂ ਤੁਹਾਨੂੰ ਅੱਗੇ ਵੀ ਦੱਸਿਆ ਜ਼ਾਫਰਾਨ ਪਾਣਾ ਚਾਹੋ ਤੁਹਾਡੀ ਮਰਜ਼ੀ ਹੈ। ਅੱਛਾ, ਤੁਹਾਨੂੰ ਪਾਣੀ ਚ ਪਾਣਾ ਸੀ ਗੁੱਲੀਆਂ ਜਿਹੀਆਂ, ਉਹ ਵੀ ਦਿਖਾਣੇ ਆ ਉਹਨਾਂ ਕੱਢਣਾ ਕਿਸ ਤਰ੍ਹਾਂ। ਅੱਛਾ ਭਾਈਜਾਨ, ਇਹ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਅੰਦਰੋਂ ਫੁੱਲ ਸ਼ੀਰਾ ਨਿਕਲ ਗਿਆ। ਇਹਨਾਂ ਨੂੰ ਤੁਸੀਂ ਨਾ ਇਸ ਤਰ੍ਹਾਂ ਇਹ ਪਾਣੀ ਵਿੱਚੋਂ ਜਿਹੜਾ ਨਾ ਕੱਢਣਾ, ਇੱਕ ਇੱਕ ਪੀਸ ਵਿੱਚੋਂ ਪਾਣੀ ਕੱਢ ਕੇ। ਪਾਣੀ ਨਹੀਂ ਹੋਣਾ ਚਾਹੀਦਾ ਬਿਲਕੁਲ ਵੀ, ਕਿਉਂਕਿ ਇਹ ਰਸ ਮਲਾਈ ਅਗਰ ਭਾਈਜਾਨ ਤੁਸੀਂ ਲੰਬੇ ਟਾਈਮ ਵਾਸਤੇ ਰੱਖਣਾ ਚਾਹੋ ਨਾ, ਇਨਸ਼ਾਅੱਲਾ ਅੱਲਾਹ ਤਾਲੇ ਨੇ ਚਾਹ ਤਕਰੀਬਨ ਤੁਸੀਂ 1 ਹਫਤੇ ਵਾਸਤੇ ਜਿਹੜਾ ਨਾ ਇਹ ਤੁਸੀਂ ਫਰੀਜ਼ ਕਰਕੇ, ਫਰੀਜ਼ ਤਾਂ ਨਹੀਂ ਕਰਨੀ ਮਤਲਬ ਚਿਲਰ ਜਿਹੜਾ ਨਾ ਰੱਖ ਸਕਦੇ ਹੋ। 1 ਹਫਤਾ ਤੁਸੀਂ ਇਹ ਚਲਾ ਸਕਦੇ ਹੋ ਅੱਛੇ ਤਰੀਕੇ ਨਾਲ। ਇਹਨਾਂ ਜਿਹੜਾ ਨਾ ਜ਼ਿਆਦਾ ਵੀ ਨਹੀਂ ਕਰਨਾ ਕਿ ਨਾ ਤੋੜਨਾ ਵੀ ਨਹੀਂ ਹੈ, ਲੇਕਿਨ ਉਸ ਹਿਸਾਬ ਨਾਲ ਨਿਚੋੜੋ ਕਿ ਪਾਣੀ ਨਹੀਂ ਹੋਣਾ ਚਾਹੀਦਾ ਵਿੱਚ, ਕਿਉਂਕਿ ਸ਼ੀਰਾ ਆਲਰੇਡੀ ਜਿਹੜਾ ਨਾ ਇਹਦੇ ਚੋਂ ਨਿਕਲ ਚੁੱਕਿਆ ਪਾਣੀ ਦੇ ਵਿੱਚ ਜਿਹੜਾ ਨਾ। ਦੇਖ ਲਓ ਬਿਲਕੁਲ ਭਾਈਜਾਨ ਫੋਮ ਦੀ ਤਰ੍ਹਾਂ ਹੋਣੀ ਚਾਹੀਦੀ ਹੈ ਰਸ ਮਲਾਈ। ਤੁਹਾਨੂੰ ਖਾਣ ਦਾ ਜਿਹੜਾ ਨਾ ਫੇਰ ਹੀ ਮਜ਼ਾ ਆਏਗਾ ਅਗਰ ਇਹ ਅੱਛੀ ਪੱਕਿਆ ਹੋਏਗਾ। ਸਖਤ ਨਹੀਂ ਹੋਣਾ ਚਾਹੀਦਾ, ਫੋਮ ਦੀ ਤਰ੍ਹਾਂ ਨਰਮ ਹੋਣਾ ਚਾਹੀਦਾ। ਇਹ ਦੇਖ ਲਓ ਇਹ ਹੱਥ ਲਾਇਆ ਹੈ ਜਿਹੜਾ ਨਾ ਫੋਮ ਦੀ ਤਰ੍ਹਾਂ ਪੱਕੇ ਦਾ, ਤੁਹਾਨੂੰ ਭਾਈਜਾਨ ਫੇਰ ਹੀ ਪਤਾ ਲੱਗੇਗਾ ਕਿ ਫੌਰਨ ਜਿਹੜਾ ਨਾ ਇਹਨੂੰ ਤੁਸੀਂ ਦਬਾਓ ਤੇ ਆਪਣੀ ਜਗ੍ਹਾ ਤੇ ਆ ਜਾਏ। ਦੇਖ ਰਹੇ ਹੋ ਇਹ ਤਕਰੀਬਨ 2 ਕਿਲੋ ਮਤਲਬ ਸਮਝੋ 4 ਕਿਲੋ ਦੁੱਧ ਦੇ ਵਿੱਚੋਂ ਅਗਰ ਤੁਸੀਂ ਘਰ ਦੇ ਕਿਤਨੇ ਦੋ ਪੀਸ ਵੀ ਖਾਓ ਤੇ 14 ਨੇ 15, ਘਰ ਦੇ 7 ਬੰਦੇ ਆਰਾਮ ਸਕੂਨ ਨਾਲ ਭਾਈਜਾਨ 1000 ਰੁਪਏ ਤੁਸੀਂ ਇਹ ਚੀਜ਼ ਤਿਆਰ ਕਰ ਸਕਦੇ ਹੋ। ਅਗਰ ਇਹ ਚੀਜ਼ ਤੁਸੀਂ ਬਾਹਰੋਂ ਲਓਗੇ ਬਾਜ਼ਾਰ ਚੋਂ ਤੇ ਤੁਹਾਨੂੰ ਮੇਰਾ ਖਿਆਲ ਹੈ ਕਿ 250 ਤੋਂ 300 ਰੁਪਏ ਦੀ ਲੱਭੇਗੀ, ਜਿਹੜੀ ਰਾਤ ਤੁਸੀਂ 1000 ਰੁਪਏ 7 ਬੰਦੇ ਆਰਾਮ ਨਾਲ ਖਾ ਸਕਦੇ ਹੋ। ਇਹਦੇ ਚ ਹੁਣ ਰਬੜੀ ਪਾ ਦਿਆਂਗੇ ਜਿਹੜੀ ਅਸੀਂ ਪਕਾਈ ਹੈ, ਤੁਹਾਨੂੰ ਗਾਰਨਿਸ਼ ਕਰਕੇ ਦਿਖਾਣੇ ਆ ਕਿ ਉੱਤੇ ਤੇ ਗਾਰਨਿਸ਼ ਕਿਸ ਤਰ੍ਹਾਂ ਕਰਨੀ ਹੈ, ਕੀ ਲਾਣਾ ਕੀ ਨਹੀਂ ਲਾਣਾ। ਅੱਛਾ ਭੈਣਾਂ ਭਰਾਵੋ, ਇਹ ਤੁਸੀਂ ਦੇਖ ਸਕਦੇ ਹੋ ਦੁੱਧ ਵਿੱਚ ਪਾਉਣ ਤੋਂ ਬਾਅਦ ਜਿਹੜਾ ਨਾ ਫਾਈਨਲ ਇਸ ਤਰ੍ਹਾਂ ਰਿਜ਼ਲਟ ਆਣਾ ਚਾਹੀਦਾ। ਇਹਨਾਂ ਨੂੰ ਉੱਤੇ ਜਿਹੜਾ ਨਾ ਤਰਿਆ ਹੋਣਾ ਚਾਹੀਦਾ, ਮਤਲਬ ਥੱਲੇ ਨਹੀਂ ਡਿਪ ਨਹੀਂ ਹੋਣਾ ਚਾਹੀਦੀਆਂ ਰਸ ਮਲਾਈ ਵਾਸਤੇ। ਇਸ ਤੋਂ ਬਾਅਦ ਇਹਦੇ ਤੇ ਭਾਈਜਾਨ ਗਾਰਨਿਸ਼ ਕਰ ਲੈਣੀ ਹੈ। ਗਾਰਨਿਸ਼ ਜਿਹੜੀ ਹੈ ਨਾ ਤੁਹਾਡੀ ਮਰਜ਼ੀ ਹੈ, ਜੋ ਕੁਝ ਤੁਸੀਂ ਅਫੋਰਡ ਕਰ ਸਕਦੇ ਹੋ ਪਾ ਸਕਦੇ ਹੋ, ਲੇਕਿਨ ਅਸੀਂ ਪਾਵਾਂਗੇ ਪਿਸਤਾ ਇਹਦੇ ਤੇ ਕੱਟ ਕੇ ਇਸ ਤਰ੍ਹਾਂ ਬਰੀਕ ਬਰੀਕ। ਉਸ ਤੋਂ ਬਾਅਦ ਇਹਦੇ ਤੇ ਲਾ ਲੈਣੇ ਬਦਾਮ ਭਾਈਜਾਨ, ਇਸੇ ਤਰ੍ਹਾਂ ਬਰੀਕ ਬਰੀਕ ਕੱਟ ਕੇ। ਸੁਭਾਨ ਅੱਲਾ। ਅੱਛਾ, ਇਸ ਨੂੰ ਨਾ ਹੁਣ ਤੁਸੀਂ ਭਾਈਜਾਨ ਮਜ਼ੀਦ ਅੱਧੇ ਘੰਟੇ ਵਾਸਤੇ ਨਾ ਚਿਲਰ ਵਿੱਚ ਰੱਖ ਦਿਓ, ਠੰਡਿਆ ਕਰੋ। ਠੰਡਿਆ ਕਰਕੇ ਜਿਹੜਾ ਨਾ ਤੁਸੀਂ ਇਹਨੂੰ ਖਾਓ, इंशाल्लाह ਜਿਹੜਾ ਨਾ ਤੁਹਾਨੂੰ ਪੂਰਾ ਮਜ਼ਾ ਆਏਗਾ। और भाईजान इसने एक दफा घर तैयार करने की जरूर कोशिश करना। अल्लाह ताला मेरे सब बहन भाइयों खुश रखे।
ਰਸ ਮਲਾਈ ਸਾਡੀ ਫਾਈਨਲ ਤਿਆਰ ਹੈ, ਖਾਣ ਦੇ ਕਾਬਲ ਹੈ, ਤੁਸੀਂ ਖਾ ਸਕਦੇ ਹੋ। ਜਿਸ ਭਾਈ ਦੇ ਮੂੰਹ 'ਚ ਪਾਣੀ ਆਵੇ ਉਹ ਥੱਲੇ ਕਮੈਂਟ ਕਰਕੇ ਜ਼ਰੂਰ ਦੱਸੇ, ਤੇ ਕਮੈਂਟ ਕਰਕੇ ਦੱਸਿਆ ਕਰੋ ਯਾਰ ਕਿਹੜਾ ਸ਼ਹਿਰ ਕਿਹੜੇ ਮੁਲਕ 'ਚ ਤੁਸੀਂ ਭੈਣਾਂ ਭਰਾਵੋ ਵੀਡੀਓ ਵੇਖ ਰਹੇ ਹੋ। इंशाल्लाह अल्लाह ताला खैर रखी, अगली वीडियो में मिलांगे। अल्लाह ताला मेरे सब बहन भाइयों को खुश रखे और अपने हिफ्ज़ो ईमान च रखे। ओके बाय, अस्सलामु अलैकुम, अल्लाह हाफिज। कैमरा मैन जरा कलर चेक करा दो जूम करके।